ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ। ਦੋਸਤੋ, ਤੁਸੀਂ ਪਿੱਛੇ ਪੜ੍ਹ ਚੁੱਕੇ ਹੋ 5ਵੇਂ ਪਾਰਟ ਵਿੱਚ 59 ਪੇਜ ਤੱਕ ਪਹੁੰਚ ਚੁੱਕੇ ਹਾਂ ਆਪਾਂ, ਅਤੇ ਅੱਜ ਅਸੀਂ 6ਵਾਂ ਪਾਰਟ ਸ਼ੁਰੂ ਕਰਦੇ ਹਾਂ। ਇਸ ਤੋਂ ਅੱਗੇ ਲਿਖਿਆ ਹੈ ਕਿ 40 ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਕਿਉਂ ਵੱਧ ਜਾਂਦੀਆਂ ਹਨ। ਇਹ ਵਿਸ਼ਾ ਨਾਟਕਾਂ ਅਤੇ ਮੈਗਜ਼ੀਨਾਂ ਦੇ ਲੇਖਾਂ ਵਿੱਚ ਹਰਮਨ ਪਿਆਰਾ ਹੈ, ਇਸ ਲਈ ਨਹੀਂ ਕਿਉਂਕਿ ਇਸ ਵਿੱਚ ਸੱਚੇ ਤੱਥ ਹਨ, ਬਲਕਿ ਇਸ ਲਈ ਕਿਉਂਕਿ ਬਹਾਨਾ ਲੱਭਣ ਵਾਲੇ ਬਹੁਤੇ ਲੋਕ ਇਸੇ ਤਰ੍ਹਾਂ ਦੇ ਨਾਟਕ ਦੇਖਣਾ ਚਾਹੁੰਦੇ ਹਨ ਅਤੇ ਇਸੇ ਤਰ੍ਹਾਂ ਦੇ ਲੇਖ ਪੜ੍ਹਨਾ ਚਾਹੁੰਦੇ ਹਨ। ਉਮਰ ਬਾਰੇ ਬਹਾਨੇਬਾਜ਼ੀ ਦਾ ਇਲਾਜ ਕੀ ਹੈ? ਉਮਰ ਬਾਰੇ ਬਹਾਨੇਬਾਜ਼ੀ ਦਾ ਇਲਾਜ ਕੀਤਾ ਜਾ ਸਕਦਾ ਹੈ। ਕੁਝ ਸਾਲ ਪਹਿਲਾਂ ਮੈਂ ਇੱਕ ਸੇਲਜ਼ ਟ੍ਰੇਨਿੰਗ ਪ੍ਰੋਗਰਾਮ ਦਾ ਸੰਚਾਲਨ ਕੀਤਾ ਤਾਂ ਮੈਂ ਇੱਕ ਚੰਗੇ ਸੀਰਮ ਦੀ ਖੋਜ ਕੀਤੀ ਜਿਹੜਾ ਇਸ ਬਿਮਾਰੀ ਦਾ ਇਲਾਜ ਤਾਂ ਕਰਦਾ ਹੀ ਸੀ, ਨਾਲ ਹੀ ਇਹ ਵੀ ਪੱਕਾ ਕਰਦਾ ਸੀ ਕਿ ਇਹ ਬਿਮਾਰੀ ਤੁਹਾਨੂੰ ਕਦੇ ਵੀ ਨਾ ਹੋਵੇ। ਇਸ ਪ੍ਰੋਗਰਾਮ ਵਿੱਚ ਸੇਸਲ ਦਾ ਨਾਂ ਦੀ ਇੱਕ ਟ੍ਰੇਨੀ ਸੀ। 40 ਸਾਲਾਂ ਦਾ ਸੇਸਲ ਨਿਰਮਾਤਾ ਦਾ ਪ੍ਰਤੀਨਿਧ ਬਣਨਾ ਚਾਹੁੰਦਾ ਸੀ, ਪਰ ਸੋਚਦਾ ਸੀ ਕਿ ਉਹਦੀ ਉਮਰ ਹੋ ਚੁੱਕੀ ਹੈ। ਉਸਨੇ ਕਿਹਾ, ਮੈਨੂੰ ਸ਼ੁਰੂ ਤੋਂ ਸਾਰਾ ਕੁਝ ਕਰਨਾ ਪਵੇਗਾ ਅਤੇ ਹੁਣ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਹਾਂ? ਹੁਣ ਤਾਂ ਮੈਂ 40 ਸਾਲਾਂ ਦਾ ਹੋ ਗਿਆ ਹਾਂ। ਮੈਂ ਜ਼ਿਆਦਾ ਉਮਰ ਦੀ ਸਮੱਸਿਆ 'ਤੇ ਸੇਸਲ ਨਾਲ ਕਈ ਵਾਰੀ ਗੱਲਾਂ ਕੀਤੀਆਂ। ਮੈਂ ਪੁਰਾਣੀਆਂ ਦਵਾਈਆਂ ਦਾ ਇਸਤੇਮਾਲ ਕੀਤਾ। ਤੁਹਾਡੀ ਉਮਰ ਉਨੀ ਹੀ ਹੁੰਦੀ ਹੈ ਜਿੰਨੀ ਤੁਸੀਂ ਸਮਝਦੇ ਹੋ, ਪਰ ਮੈਂ ਮਹਿਸੂਸ ਕੀਤਾ ਕਿ ਉਹਦਾ ਮਰਜ਼ ਇਸ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਹੈ। ਜ਼ਿਆਦਾਤਰ ਲੋਕ ਇਸ ਦੇ ਜਵਾਬ ਵਿੱਚ ਕਹਿੰਦੇ ਹਨ, ਪਰ ਮੈਂ ਆਪਣੇ ਆਪ ਨੂੰ ਬੁੱਢਾ ਸਮਝਦਾ ਹਾਂ। ਆਖਿਰਕਾਰ ਮੈਂ ਇੱਕ ਇਹੋ ਜਿਹਾ ਤਰੀਕਾ ਲੱਭ ਹੀ ਲਿਆ ਜਿਹੜਾ ਜਾਦੂ ਵਾਂਗ ਕੰਮ ਕਰ ਗਿਆ। ਇੱਕ ਦਿਨ ਮੈਂ ਸੇਸਲ ਨੂੰ ਕਿਹਾ, ਸੇਸਲ, ਮੈਨੂੰ ਦੱਸੋ ਕਿ ਕਿਸੇ ਆਦਮੀ ਦੀ ਰਚਨਾਤਮਕ ਉਮਰ ਕਦੋਂ ਸ਼ੁਰੂ ਹੁੰਦੀ ਹੈ? ਉਸਨੇ 1-2 ਸੈਕਿੰਡ ਤੱਕ ਸੋਚਣ ਤੋਂ ਬਾਅਦ ਜਵਾਬ ਦਿੱਤਾ, ਤਕਰੀਬਨ 20 ਸਾਲ ਦੀ ਉਮਰ ਵਿੱਚ। ਚੰਗਾ, ਮੈਂ ਕਿਹਾ, ਅਤੇ ਹੁਣ ਮੈਨੂੰ ਇਹ ਦੱਸੋ ਕਿ ਕਿਸੇ ਆਦਮੀ ਦੀ ਰਚਨਾਤਮਕ ਉਮਰ ਕਦੋਂ ਖਤਮ ਹੁੰਦੀ ਹੈ? ਸੇਸਲ ਨੇ ਜਵਾਬ ਦਿੱਤਾ, ਮੈਨੂੰ ਜਾਪਦਾ ਹੈ ਕਿ ਜੇਕਰ ਉਹ ਤੰਦਰੁਸਤ ਅਤੇ ਆਪਣੇ ਕੰਮ ਨੂੰ ਪਸੰਦ ਕਰਦਾ ਹੋਵੇ ਤਾਂ ਕੋਈ ਵੀ ਬੰਦਾ 70 ਸਾਲ ਦੀ ਉਮਰ ਤੱਕ ਰਚਨਾਤਮਕ ਕੰਮ ਕਰ ਸਕਦਾ ਹੈ। ਠੀਕ ਹੈ, ਮੈਂ ਕਿਹਾ, ਬਹੁਤੇ ਲੋਕ 70 ਸਾਲਾਂ ਤੋਂ ਬਾਅਦ ਵੀ ਬੜੇ ਰਚਨਾਤਮਕ ਕੰਮ ਕਰਦੇ ਹਨ, ਪਰ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਹਾਂ ਕਿ ਕਿਸੇ ਬੰਦੇ ਦੀ ਰਚਨਾਤਮਕ ਕੰਮ ਕਰਨ ਦੀ ਉਮਰ 20 ਸਾਲ ਤੋਂ 70 ਸਾਲ ਦੇ ਵਿਚਕਾਰ ਹੁੰਦੀ ਹੈ। ਇਸ ਦੌਰਾਨ ਉਸਦੇ ਕੋਲ 50 ਸਾਲ ਦਾ ਮਤਲਬ ਅੱਧੀ ਸਦੀ ਹੁੰਦੀ ਹੈ। ਸੇਸਲ, ਮੈਂ ਕਿਹਾ, ਤੁਸੀਂ ਹੁਣੇ 40 ਸਾਲਾਂ ਦੇ ਹੋ। ਤੁਹਾਡੀ ਰਚਨਾਤਮਕ ਜ਼ਿੰਦਗੀ ਕਿੰਨੀ ਖਤਮ ਹੋ ਚੁੱਕੀ ਹੈ? 20 ਸਾਲ, ਉਸਨੇ ਜਵਾਬ ਦਿੱਤਾ। ਅਤੇ ਤੁਹਾਡੀ ਰਚਨਾਤਮਕ ਜ਼ਿੰਦਗੀ ਹੁਣੇ ਕਿੰਨੀ ਬਾਕੀ ਹੈ? 30 ਸਾਲ, ਉਸਨੇ ਫਿਰ ਜਵਾਬ ਦਿੱਤਾ। ਦੂਜੇ ਸ਼ਬਦਾਂ ਵਿੱਚ, ਸੇਸਲ, ਤੁਸੀਂ ਹੁਣੇ ਅੱਧਾ ਰਾਹ ਵੀ ਤੈਅ ਨਹੀਂ ਕੀਤਾ ਅਤੇ ਤੁਸੀਂ ਹੁਣੇ ਤਾਈਂ ਆਪਣੀ ਰਚਨਾਤਮਕ ਜ਼ਿੰਦਗੀ ਦੇ ਕੇਵਲ 40% ਹਿੱਸੇ ਨੂੰ ਪੂਰਾ ਕੀਤਾ ਹੈ। ਮੈਂ ਸੇਸਲ ਵੱਲ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਗੱਲ ਉਸਦੇ ਦਿਲ ਨੂੰ ਭਾ ਗਈ। ਉਸ ਦੀ ਉਮਰ ਬਾਰੇ ਬਹਾਨੇਬਾਜ਼ੀ ਇੱਕਦਮ ਦੂਰ ਹੋ ਗਈ। ਸੇਸਲ ਨੇ ਦੇਖਿਆ ਕਿ ਉਸ ਦੇ ਸਾਹਮਣੇ ਅਜੇ ਬਹੁਤੇ ਅਵਸਰਪੂਰਨ ਸਾਲ ਮੌਜੂਦ ਹਨ। ਹੁਣੇ ਤਾਈਂ ਉਹ ਸੋਚਦਾ ਸੀ, ਮੈਂ ਤਾਂ ਹੁਣ ਬੁੱਢਾ ਹੋ ਚੱਲਿਆ ਹਾਂ, ਪਰ ਹੁਣ ਉਹ ਸੋਚਣ ਲੱਗ ਪਿਆ ਕਿ ਮੈਂ ਅਜੇ ਵੀ ਨੌਜਵਾਨ ਹਾਂ। ਸੇਸਲ ਨੇ ਹੁਣ ਮਹਿਸੂਸ ਕੀਤਾ ਕਿ ਤੁਹਾਡੀ ਅਤੇ ਸਾਡੀ ਉਮਰ ਕਿੰਨੀ ਹੈ, ਇਸ ਗੱਲ ਦਾ ਕੋਈ ਖਾਸ ਮਹੱਤਵ ਨਹੀਂ ਹੁੰਦਾ। ਦਰਅਸਲ ਉਮਰ ਬਾਰੇ ਸਾਡਾ ਨਜ਼ਰੀਆ ਹੀ ਸਾਡੇ ਲਈ ਵਰਦਾਨ ਜਾਂ ਸ਼ਰਾਪ ਬਣ ਜਾਂਦਾ ਹੈ। ਉਮਰ ਬਾਰੇ ਬਹਾਨੇਬਾਜ਼ੀ ਦਾ ਇਲਾਜ ਕਰਨ ਨਾਲ ਤੁਹਾਡੇ ਲਈ ਮੌਕਿਆਂ ਦੇ ਉਹ ਦਰਵਾਜ਼ੇ ਖੁੱਲ੍ਹ ਜਾਣਗੇ ਜਿਨ੍ਹਾਂ 'ਤੇ ਇਸ ਬਿਮਾਰੀ ਦੇ ਕਾਰਨ ਤਾਲਾ ਲੱਗਿਆ ਹੋਇਆ ਸੀ। ਮੇਰੇ ਇੱਕ ਰਿਸ਼ਤੇਦਾਰ ਨੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਵਿੱਚ ਆਪਣੇ ਕਈ ਸਾਲ ਬਰਬਾਦ ਕੀਤੇ, ਜਿਵੇਂ ਸੇਲਜ਼ਮੈਨਸ਼ਿਪ, ਆਪਣਾ ਬਿਜ਼ਨਸ, ਬੈਂਕ ਵਿੱਚ ਕੰਮਕਾਰ, ਪਰ ਉਹ ਇਹ ਤੈਅ ਨਹੀਂ ਕਰ ਪਾਇਆ ਕਿ ਉਹ ਕੀ ਕਰਨਾ ਚਾਹੁੰਦਾ ਸੀ ਜਾਂ ਉਸ ਨੂੰ ਕਿਹੜਾ ਕੰਮ ਪਸੰਦ ਸੀ। ਆਖਿਰਕਾਰ ਉਹ ਇਸ ਨਤੀਜੇ 'ਤੇ ਪਹੁੰਚਿਆ ਕਿ ਉਹ ਪਾਦਰੀ ਬਣਨਾ ਚਾਹੁੰਦਾ ਸੀ, ਪਰ ਜਦੋਂ ਉਸਨੇ ਇਸ ਬਾਰੇ ਸੋਚਿਆ ਤਾਂ ਉਸਨੇ ਪਾਇਆ ਕਿ ਉਸਦੀ ਉਮਰ ਜ਼ਿਆਦਾ ਹੋ ਚੁੱਕੀ ਹੈ। ਹੁਣ ਉਹ 45 ਸਾਲਾਂ ਦਾ ਸੀ, ਉਸਦੇ 3 ਬੱਚੇ ਸਨ ਅਤੇ ਉਸਦੇ ਕੋਲ ਜ਼ਿਆਦਾ ਪੈਸੇ ਵੀ ਨਹੀਂ ਸਨ।
ਪਰ ਖੁਸ਼ਨਸੀਬੀ ਨਾਲ ਉਸਨੇ ਆਪਣੀ ਸਾਰੀ ਤਾਕਤ ਜਟਾਈ ਤੇ ਆਪਣੇ ਆਪ ਨੂੰ ਕਿਹਾ, ਚਾਹੇ ਮੇਰੀ ਉਮਰ 45 ਸਾਲ ਹੋਵੇ ਜਾਂ 65, ਮੈਂ ਪਾਦਰੀ ਬਣ ਕੇ ਦਿਖਾਵਾਂਗਾ। ਉਸਦੇ ਕੋਲ ਦ੍ਰਿੜ ਨਿਸ਼ਚੇ ਦਾ ਭੰਡਾਰ ਸੀ ਤੇ ਇਸ ਦੇ ਸਿਵਾ ਉਸ ਕੋਲ ਕੁਝ ਵੀ ਨਹੀਂ ਸੀ। ਉਸਨੇ ਵਿਸਕਾਨਸਿਨ ਅੰਦਰ 5 ਸਾਲਾ ਧਰਮ ਸ਼ਾਸਤਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਆਪਣਾ ਨਾਂ ਲਿਖਾ ਲਿਆ। 5 ਸਾਲ ਬਾਅਦ ਉਹ ਪਾਦਰੀ ਬਣ ਗਿਆ ਤੇ ਇਲੀਨਾਇਟ ਦੇ ਚਰਚ ਵਿੱਚ ਆਪਣਾ ਮਨੋਰਥ ਹਾਸਲ ਕਰਨ ਵਿੱਚ ਉਹ ਸਫਲ ਹੋਇਆ। ਬੁੱਢਾ ਬਿਲਕੁਲ ਨਹੀਂ, ਹੁਣੇ ਤੇ ਉਸ ਦੇ ਸਾਹਮਣੇ 20 ਸਾਲ ਦੀ ਰਚਨਾਤਮਕ ਜ਼ਿੰਦਗੀ ਬਾਕੀ ਸੀ। ਮੈਂ ਇਸ ਬੰਦੇ ਨੂੰ ਹੁਣੇ ਹੀ ਮਿਲਿਆ ਸੀ ਤੇ ਉਸਨੇ ਮੈਨੂੰ ਦੱਸਿਆ, ਜੇਕਰ 45 ਸਾਲ ਦੀ ਉਮਰ ਵਿੱਚ ਇੰਨਾ ਵੱਡਾ ਨਿਰਣਾ ਨਾ ਲਿਆ ਹੁੰਦਾ ਤਾਂ ਮੇਰੀ ਬਕਾਇਆ ਜ਼ਿੰਦਗੀ ਦੁੱਖਾਂ ਨਾਲ ਭਰੀ ਹੁੰਦੀ। ਜਦੋਂ ਕਿ ਮੈਂ ਹੁਣ ਆਪਣੇ ਆਪ ਨੂੰ ਓਨਾ ਹੀ ਜਵਾਨ ਸਮਝਦਾ ਹਾਂ ਜਿੰਨਾ ਮੈਂ 25 ਸਾਲ ਪਹਿਲਾਂ ਸੀ ਤੇ ਉਸਦੀ ਉਮਰ ਘੱਟ ਲੱਗ ਵੀ ਨਹੀਂ ਰਹੀ ਸੀ। ਜਦੋਂ ਤੁਸੀਂ ਉਮਰ ਦੀ ਬਹਾਨੇਬਾਜ਼ੀ ਨੂੰ ਹਰਾ ਦਿੰਦੇ ਹੋ ਤਾਂ ਸੁਭਾਵਿਕ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਵਿੱਚ ਜਵਾਨ ਉਮਰ ਦਾ ਆਸ਼ਵੰਦ ਆ ਜਾਂਦਾ ਹੈ ਤੇ ਤੁਸੀਂ ਜਵਾਨ ਦਿਖਣ ਵੀ ਲੱਗਦੇ ਹੋ। ਜਦੋਂ ਤੁਸੀਂ ਉਮਰ ਦੀਆਂ ਸੀਮਾਵਾਂ ਨੂੰ ਆਪਣੇ ਡਰ ਨਾਲ ਜਿੱਤ ਲੈਂਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਾਲ ਦਾ ਜੋੜ ਹੀ ਲੈਂਦੇ ਹੋ, ਆਪਣੀ ਸਫਲਤਾ ਵਿੱਚ ਵੀ ਕੁਝ ਸਾਲ ਹੋਰ ਜੋੜ ਲੈਂਦੇ ਹੋ। ਯੂਨੀਵਰਸਿਟੀ ਦੇ ਮੇਰੇ ਇੱਕ ਪੁਰਾਣੇ ਸਹਿਯੋਗੀ ਨੇ ਮੈਨੂੰ ਇਹੋ ਜਿਹਾ ਦਿਲਚਸਪ ਢੰਗ ਦੱਸਿਆ ਜਿਸ ਨਾਲ ਉਮਰ ਦੀ ਬਹਾਨੇਬਾਜ਼ੀ ਨੂੰ ਹਰਾਇਆ ਜਾ ਸਕਦਾ ਸੀ। ਬਿਲ ਨੇ ਹਾਰਵਰਡ ਤੋਂ 20 ਦੇ ਦਹਾਕੇ ਵਿੱਚ ਗ੍ਰੈਜੂਏਸ਼ਨ ਕੀਤਾ ਸੀ। 24 ਸਾਲ ਤੱਕ ਸਟਾਕ ਬ੍ਰੋਕਰ ਰਹਿਣ ਤੋਂ ਬਾਅਦ ਬਿਲ ਨੇ ਇਹ ਨਿਰਣਾ ਲਿਆ ਕਿ ਉਹ ਕਾਲਜ ਪ੍ਰੋਫੈਸਰ ਬਣੇਗਾ। ਬਿਲ ਦੇ ਦੋਸਤਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਇਹ ਬੜੀ ਮਿਹਨਤ ਦਾ ਕੰਮ ਹੈ ਤੇ ਉਸ ਉਮਰ ਵਿੱਚ ਉਨੀ ਮਿਹਨਤ ਨਹੀਂ ਹੋ ਸਕੇਗੀ, ਪਰ ਬਿਲ ਨੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਉਸਨੇ 51 ਸਾਲ ਦੀ ਉਮਰ ਵਿੱਚ ਯੂਨੀਵਰਸਿਟੀ ਆਫ ਇਲੀਨਾਇਟ ਵਿੱਚ ਦਾਖਲਾ ਲਿਆ। 55 ਸਾਲ ਦੀ ਉਮਰ ਵਿੱਚ ਉਸ ਨੂੰ ਡਿਗਰੀ ਮਿਲੀ। ਅੱਜ ਬਿਲ ਇੱਕ ਵਧੀਆ ਆਰਟਿਸਟ ਕਾਲਜ ਅੰਦਰ ਡਿਪਾਰਟਮੈਂਟ ਆਫ ਇਕਨੋਮਿਕਸ ਦਾ ਚੇਅਰਮੈਨ ਹੈ। ਉਹ ਸੁਖੀ ਵੀ ਹੈ। ਉਹ ਮੁਸਕਰਾਉਂਦੇ ਹੋਏ ਕਹਿੰਦਾ ਹੈ, ਅਜੇ ਤਾਂ ਮੇਰੀ ਜ਼ਿੰਦਗੀ ਦੇ 1/3 ਬਿਹਤਰੀਨ ਸਾਲ ਬਾਕੀ ਹਨ। ਜ਼ਿਆਦਾ ਉਮਰ ਦਾ ਬਹਾਨਾ ਅਸਫਲਤਾ ਦੇਣ ਵਾਲੀ ਬਿਮਾਰੀ ਹੈ। ਇਸ ਨੂੰ ਹਰਾਓ ਨਹੀਂ ਤਾਂ ਇਹ ਤੁਹਾਨੂੰ ਹਰਾ ਦੇਵੇਗੀ। ਕੋਈ ਆਦਮੀ ਜ਼ਿਆਦਾ ਛੋਟਾ ਕਦੋਂ ਹੁੰਦਾ ਹੈ? ਮੇਰੀ ਉਮਰ ਅਜੇ ਬੜੀ ਘੱਟ ਹੈ। ਵੀ ਉਮਰ ਦੀ ਬਹਾਨੇਬਾਜ਼ੀ ਦਾ ਇੱਕ ਇਹੋ ਜਿਹਾ ਅੰਗ ਹੈ ਜਿਸ ਨੇ ਕਈ ਲੋਕਾਂ ਦੇ ਭਵਿੱਖ ਨੂੰ ਚੌਪਟ ਕਰ ਦਿੱਤਾ ਹੈ। ਤੇ ਇਸ ਤਕਰੀਬਨ 1 ਸਾਲ ਪਹਿਲਾਂ ਜੈਰੀ ਨਾਂ ਦਾ 23 ਸਾਲਾ ਨੌਜਵਾਨ ਮੇਰੇ ਕੋਲ ਇੱਕ ਸਮੱਸਿਆ ਲੈ ਕੇ ਆਇਆ। ਜੈਰੀ ਸਰਵਿਸ ਵਿੱਚ ਇੱਕ ਪੈਰਾਟਰੂਪਰ ਸੀ ਤੇ ਇਸ ਤੋਂ ਬਾਅਦ ਉਹ ਕਾਲਜ ਗਿਆ। ਕਾਲਜ ਜਾਂਦੇ ਜਾਂਦੇ ਵੀ ਜੈਰੀ ਨੇ ਆਪਣੀ ਪਤਨੀ ਤੇ ਬੱਚਿਆਂ ਖਾਤਰ ਇੱਕ ਵੱਡੀ ਟਰਾਂਸਫਰ ਐਂਡ ਸਟੋਰੇਜ ਕੰਪਨੀ ਲਈ ਸੇਲਜ਼ਮੈਨ ਦਾ ਕੰਮ ਕੀਤਾ। ਉਸਨੇ ਬਹੁਤ ਵਧੀਆ ਕੰਮ ਕੀਤਾ, ਕਾਲਜ ਵਿੱਚ ਵੀ ਤੇ ਕੰਪਨੀ ਵਿੱਚ ਵੀ। ਪਰ ਅੱਜ ਜੈਰੀ ਫਿਕਰਮੰਦ ਸੀ। ਡਾਕਟਰ ਸਾਵਾਰਜ, ਉਸਨੇ ਕਿਹਾ, ਮੇਰੀ ਇੱਕ ਸਮੱਸਿਆ ਹੈ। ਮੇਰੀ ਕੰਪਨੀ ਨੇ ਮੈਨੂੰ ਸੇਲਜ਼ ਮੈਨੇਜਰ ਬਣਾਉਣ ਦਾ ਨਿਰਣਾ ਲਿਆ। ਇਸ ਤਰ੍ਹਾਂ ਮੈਂ 8 ਸੇਲਜ਼ਮੈਨਾਂ ਦਾ ਸੁਪਰਵਾਈਜ਼ਰ ਬਣ ਗਿਆ। ਮੈਂ ਕਿਹਾ, ਮੁਬਾਰਕਾਂ, ਇਹ ਤਾਂ ਬਹੁਤ ਵਧੀਆ ਗੱਲ ਹੈ। ਫਿਰ ਤੂੰ ਇੰਨਾ ਪਰੇਸ਼ਾਨ ਕਿਉਂ ਦਿਸ ਰਿਹਾ ਹੈ? ਉਸਨੇ ਜਵਾਬ ਦਿੱਤਾ, ਮੈਨੂੰ ਜਿਹੜੇ 8 ਲੋਕਾਂ ਦਾ ਸੁਪਰਵਾਈਜ਼ਰ ਬਣਾਇਆ ਗਿਆ ਹੈ ਉਹ ਸਾਰੇ ਮੇਰੇ ਤੋਂ 7 ਸਾਲ ਤੋਂ ਲੈ ਕੇ 21 ਸਾਲ ਤੱਕ ਵੱਡੇ ਹਨ। ਮੈਨੂੰ ਇਹੋ ਜਿਹੇ ਮਾਹੌਲ ਵਿੱਚ ਕੀ ਕਰਨਾ ਚਾਹੀਦਾ? ਕੀ ਮੈਂ ਇਹ ਕੰਮ ਠੀਕ ਤਰ੍ਹਾਂ ਕਰ ਸਕਦਾ ਹਾਂ? ਜੈਰੀ, ਮੈਂ ਕਿਹਾ, ਤੁਹਾਡੀ ਕੰਪਨੀ ਦਾ ਜਨਰਲ ਮੈਨੇਜਰ ਤਾਂ ਇਹੀ ਸਮਝਦਾ ਹੈ ਕਿ ਤੁਸੀਂ ਇਹ ਕੰਮ ਭਲੀ ਭਾਂਤ ਕਰ ਪਾਵੋਗੇ, ਨਹੀਂ ਤਾਂ ਉਹ ਤੁਹਾਨੂੰ ਸੁਪਰਵਾਈਜ਼ਰ ਬਣਾਉਂਦਾ ਹੀ ਕਿਉਂ? ਸਿਰਫ 3 ਗੱਲਾਂ ਨੂੰ ਯਾਦ ਰੱਖੋ ਤੇ ਹਰ ਚੀਜ਼ ਠੀਕ ਹੋ ਜਾਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਉਮਰ 'ਤੇ ਧਿਆਨ ਨਾ ਦਿਓ। ਖੇਤ ਵਿੱਚ ਕੋਈ ਬੱਚਾ ਤਾਂ ਹੀ ਬੰਦਾ ਮੰਨਿਆ ਜਾਂਦਾ ਹੈ ਜਦੋਂ ਉਹ ਇਹ ਸਾਬਤ ਕਰ ਦਿੰਦਾ ਹੈ ਕਿ ਉਹ ਬੰਦੇ ਦੇ ਬਰਾਬਰ ਕੰਮ ਕਰ ਸਕਦਾ ਹੈ। ਉਸ ਦੀ ਉਮਰ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹੀ ਤੁਹਾਨੂੰ ਵੀ ਸਾਬਤ ਕਰਨਾ ਪਵੇਗਾ। ਜਦ ਤੁਸੀਂ ਇਹ ਸਾਬਤ ਕਰ ਦੇਵੋਗੇ ਕਿ ਤੁਸੀਂ ਸੇਲਜ਼ ਮੈਨੇਜਰ ਦੇ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਉਨੇ ਵੱਡੇ
ਹੋ ਜਾਵੋਗੇ। ਦੂਜੀ ਗੱਲ, ਆਪਣੇ ਪ੍ਰਮੋਸ਼ਨ 'ਤੇ ਕਦੇ ਜਿਤਾਉਣ ਦੀ ਕੋਸ਼ਿਸ਼ ਨਾ ਕਰਨਾ। ਸੇਲਜ਼ਮੈਨਾਂ ਪ੍ਰਤੀ ਸਨਮਾਨ ਵਿਖਾਉਣਾ, ਉਹਨਾਂ ਤੋਂ ਸਲਾਹ ਲੈਣਾ, ਉਹਨਾਂ ਨੂੰ ਇਹ ਮਹਿਸੂਸ ਕਰਵਾਉਣਾ ਕਿ ਉਹ ਇੱਕ ਟੀਮ ਦੇ ਕਪਤਾਨ ਨਾਲ ਕੰਮ ਕਰ ਰਹੇ ਹਨ, ਕਿਸੇ ਡਿਕਟੇਟਰ ਨਾਲ ਨਹੀਂ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਉਹ ਲੋਕ ਤੁਹਾਡੇ ਨਾਲ ਕੰਮ ਕਰਨਗੇ, ਨਾ ਕਿ ਤੁਹਾਡੇ ਖਿਲਾਫ। ਤੀਜੀ ਗੱਲ, ਇਸ ਗੱਲ ਦੀ ਆਦਤ ਪਾ ਲਓ ਕਿ ਤੁਹਾਡੇ ਤੋਂ ਜ਼ਿਆਦਾ ਉਮਰ ਵਾਲੇ ਲੋਕ ਤੁਹਾਡੇ ਅਧੀਨ ਕੰਮ ਕਰਨ। ਹਰ ਖੇਤਰ ਦਾ ਲੀਡਰ ਹੀ ਇਹ ਜਾਣ ਲੈਂਦਾ ਹੈ ਕਿ ਉਸਦੀ ਉਮਰ ਲਈ ਕਈ ਹੇਠਲਿਆਂ ਤੋਂ ਘੱਟ ਹੈ। ਇਸ ਲਈ ਇਸ ਗੱਲ ਦੀ ਆਦਤ ਪਾ ਲਓ। ਇਹ ਅੱਗੇ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਬੜੇ ਕੰਮ ਆਵੇਗੀ, ਜਦੋਂ ਤੁਹਾਨੂੰ ਹੋਰ ਵੀ ਵੱਡੇ ਮੌਕੇ ਮਿਲਣਗੇ। ਅਤੇ ਇਹ ਯਾਦ ਰੱਖੋ, ਜਿਹੜੀ ਤੁਹਾਡੀ ਉਮਰ ਤੁਹਾਡੀਆਂ ਸਫਲਤਾਵਾਂ ਦੀ ਰਾਹ ਵਿੱਚ ਕਦੇ ਰੁਕਾਵਟ ਨਹੀਂ ਬਣੇਗੀ, ਜਦੋਂ ਤੱਕ ਕਿ ਤੁਸੀਂ ਆਪਣੇ ਆਪ ਨੂੰ ਉਸ ਨੂੰ ਰੁਕਾਵਟ ਨਾ ਬਣਾਓ। ਅੱਜ ਜੈਰੀ ਦਾ ਕੰਮ ਵਧੀਆ ਚੱਲ ਰਿਹਾ ਹੈ। ਉਸ ਨੂੰ ਟਰਾਂਸਪੋਰਟੇਸ਼ਨ ਬਿਜ਼ਨਸ ਪਸੰਦ ਹੈ ਅਤੇ ਕੁਝ ਹੀ ਸਾਲਾਂ ਵਿੱਚ ਉਹ ਆਪਣੀ ਕੰਪਨੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਘੱਟ ਉਮਰ ਉਦੋਂ ਹੀ ਰੁਕਾਵਟ ਬਣਦੀ ਹੈ ਜਦੋਂ ਤੁਸੀਂ ਆਪਣੇ ਆਪ ਇਸ ਤਰ੍ਹਾਂ ਸੋਚਦੇ ਹੋ। ਤੁਸੀਂ ਆਮ ਕਰਕੇ ਇਹ ਸੁਣਦੇ ਹੋਵੋਗੇ ਕਿ ਕਾਫੀ ਕੰਮਾਂ ਵਿੱਚ ਬਹੁਤਾ ਸਰੀਰਕ ਪਕਾਈ ਦੀ ਲੋੜ ਹੁੰਦੀ ਹੈ, ਜਿਵੇਂ ਸਿਕਿਉਰਿਟੀਜ਼ ਜਾਂ ਬੀਮਾ ਵੇਚਣ ਵਿੱਚ। ਕਿਸੇ ਨਿਵੇਸ਼ਕ ਦਾ ਭਰੋਸਾ ਜਿੱਤਣ ਲਈ ਜਾਂ ਤੁਹਾਡੇ ਵਾਲ ਚਿੱਟੇ ਹੋਣੇ ਚਾਹੀਦੇ ਹਨ ਜਾਂ ਤੁਹਾਡੇ ਸਿਰ 'ਤੇ ਵਾਲ ਹੀ ਨਹੀਂ ਹੋਣੇ ਚਾਹੀਦੇ। ਇਸੇ ਤਰ੍ਹਾਂ ਸੋਚਣਾ ਸਰਾਸਰ ਮੂਰਖਤਾ ਹੈ। ਅਸਲ ਮਹੱਤਵ ਤਾਂ ਇਸ ਗੱਲ ਦਾ ਹੈ ਕਿ ਤੁਸੀਂ ਆਪਣਾ ਕੰਮ ਕਿੰਨੀ ਚੰਗੀ ਤਰ੍ਹਾਂ ਕਰਦੇ ਹੋ। ਜੇਕਰ ਤੁਸੀਂ ਆਪਣੇ ਕੰਮ 'ਤੇ ਪਕੜ ਰੱਖਦੇ ਹੋ, ਲੋਕਾਂ ਨੂੰ ਸਮਝਦੇ ਹੋ, ਤਾਂ ਤੁਸੀਂ ਕਾਫੀ ਸਿਆਣੀ ਉਮਰ ਦੇ ਹੋ। ਉਮਰ ਦਾ ਯੋਗਤਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ, ਜਦੋਂ ਤੱਕ ਆਪਣੇ ਆਪ ਨੂੰ ਤੁਸੀਂ ਇਹ ਯਕੀਨ ਨਾ ਦਿਵਾਓ ਕਿ ਉਮਰ ਤੇ ਕੇਵਲ ਉਮਰ ਹੀ ਤੁਹਾਨੂੰ ਸਫਲਤਾ ਜਾਂ ਅਸਫਲਤਾ ਦਿਲਾ ਸਕਦੀ ਹੈ। ਕਈ ਨੌਜਵਾਨ ਇਹ ਮਹਿਸੂਸ ਕਰਦੇ ਹਨ ਕਿ ਉਹ ਆਪਣੀ ਘੱਟ ਉਮਰ ਦੇ ਕਾਰਨ ਹੀ ਜ਼ਿੰਦਗੀ ਵਿੱਚ ਪਿੱਛੇ ਰਹਿ ਗਏ ਹਨ। ਹੋ ਸਕਦਾ ਹੈ ਕਿ ਕਿਸੇ ਆਫਿਸ ਵਿੱਚ ਕੋਈ ਸੁਰੱਖਿਅਤ ਆਦਮੀ ਜਾਂ ਉਹ ਬੰਦਾ ਜਿਸ ਨੂੰ ਆਪਣੀ ਨੌਕਰੀ ਛੁੱਟ ਜਾਣ ਦਾ ਡਰ ਹੋਵੇ, ਤੁਹਾਡੇ ਅੱਗੇ ਵਧਣ ਦੀ ਰਾਹ ਵਿੱਚ ਰੋੜੇ ਨਾ ਸੁੱਟੇ, ਅਤੇ ਹੋ ਸਕਦਾ ਹੈ ਕਿ ਉਹ ਤੁਹਾਡੀ ਉਮਰ ਦੇ ਤੁਹਾਡੇ ਅਨੁਭਵ ਦੀ ਘਾਟ ਦਾ ਜ਼ਿਕਰ ਵੀ ਕਰੇ। ਪਰ ਤੁਹਾਨੂੰ ਇਹੋ ਜਿਹੇ ਅਸੁਰੱਖਿਅਤ ਲੋਕਾਂ ਦੀ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ। ਕੰਪਨੀ ਦੇ ਮਾਲਕ, ਕੰਪਨੀ ਦੇ ਮੈਨੇਜਰ ਇਸ ਤਰ੍ਹਾਂ ਨਹੀਂ ਸੋਚਣਗੇ। ਉਹ ਤੁਹਾਨੂੰ ਉਨੀ ਜ਼ਿੰਮੇਵਾਰੀ ਦੇਣਗੇ ਜਿੰਨੀ ਕਿ ਤੁਸੀਂ ਨਿਭਾ ਸਕਦੇ ਹੋ। ਇਹ ਸਾਬਤ ਕਰੋ ਕਿ ਤੁਹਾਡੇ ਵਿੱਚ ਕਾਬਲੀਅਤ ਹੈ, ਸਕਾਰਾਤਮਕ ਰਵੱਈਆ ਹੈ, ਅਤੇ ਤੁਹਾਡੀ ਘੱਟ ਉਮਰ ਵੀ ਇੱਕ ਲਾਭ ਦੇ ਰੂਪ ਵਿੱਚ ਗਿਣੀ ਜਾਵੇਗੀ। ਸੰਖੇਪ ਵਿੱਚ ਉਮਰ ਦੀ ਬਹਾਨੇਬਾਜ਼ੀ ਦੇ ਇਲਾਜ ਇਹ ਹਨ। ਨੰਬਰ 1, ਆਪਣੀ ਵਰਤਮਾਨ ਉਮਰ ਬਾਰੇ ਸਕਾਰਾਤਮਕ ਸੋਚ ਰੱਖੋ। ਇਹ ਸੋਚੋ, ਮੈਂ ਹੁਣੇ ਹੀ ਜਵਾਨ ਹਾਂ। ਇਹ ਨਾ ਸੋਚੋ, ਮੈਂ ਹੁਣ ਬੁੱਢਾ ਹੋ ਚੁੱਕਿਆ। ਨਵੇਂ ਨਿਸ਼ਾਨਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਵਿੱਚ ਦਿਮਾਗੀ ਉਤਸ਼ਾਹ ਆ ਜਾਵੇਗਾ ਅਤੇ ਤੁਸੀਂ ਜ਼ਿਆਦਾ ਜਵਾਨ ਵੀ ਦਿਖਣ ਲੱਗ ਜਾਵੋਗੇ। ਨੰਬਰ 2, ਹਿਸਾਬ ਲਾਓ ਕਿ ਤੁਹਾਡੇ ਕੋਲ ਕਿੰਨਾ ਰਚਨਾਤਮਕ ਸਮਾਂ ਬਚਿਆ ਹੈ। ਯਾਦ ਰੱਖੋ, 30 ਸਾਲ ਦੇ ਆਦਮੀ ਦੇ ਕੋਲ ਆਪਣੇ ਜੀਵਨ ਦਾ 80% ਰਚਨਾਤਮਕ ਸਮਾਂ ਬਾਕੀ ਹੈ, ਅਤੇ 50 ਸਾਲਾਂ ਬੰਦੇ ਕੋਲ ਵੀ 40% ਸਮਾਂ, ਸ਼ਾਇਦ ਸਭ ਤੋਂ ਵਧੀਆ ਸਮਾਂ ਤਾਂ ਹੁਣੇ ਆਉਣਾ ਬਾਕੀ ਹੈ। ਜ਼ਿਆਦਾਤਰ ਲੋਕ ਜਿੰਨਾ ਸੋਚਦੇ ਹਨ, ਜ਼ਿੰਦਗੀ ਦਰਅਸਲ ਉਨੀ ਹੀ ਲੰਮੀ ਹੁੰਦੀ ਹੈ। ਭਵਿੱਖ ਵਿੱਚ ਨੰਬਰ 3, ਭਵਿੱਖ ਵਿੱਚ ਉਹ ਕੰਮ ਕਰੋ ਜਿਹੜਾ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ। ਜਦ ਤੁਸੀਂ ਆਪਣੇ ਦਿਮਾਗ ਨੂੰ ਨਕਾਰਾਤਮਕ ਕਰ ਲੈਂਦੇ ਹੋ ਤਾਂ ਸੋਚਦੇ ਹੋ ਕਿ ਹੁਣ ਤਾਂ ਸਮਾਂ ਨਿਕਲ ਚੁੱਕਿਆ ਹੈ। ਜਦ ਤੁਹਾਡੇ ਹੱਥੋਂ ਸਮਾਂ ਸੱਚਮੁੱਚ ਨਿਕਲ ਜਾਂਦਾ ਹੈ, ਇਹ ਸੋਚਣਾ ਛੱਡ ਦਿਓ, ਮੈਨੂੰ ਇਹ ਕੰਮ ਸਾਲਾਂ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ। ਇਹ ਅਸਫਲਤਾ ਦੀ ਸੋਚ ਹੈ। ਇਸ ਦੀ ਬਜਾਏ ਇਹ ਸੋਚੋ, ਮੈਂ ਹੁਣ ਸ਼ੁਰੂ ਕਰਨ ਜਾ ਰਿਹਾ ਹਾਂ, ਮੇਰੇ ਸਰਬਸ਼੍ਰੇਸ਼ਠ ਸਾਲ ਅਜੇ ਬਾਕੀ ਹਨ। ਸਫਲ ਲੋਕ ਇਸੇ ਢੰਗ ਨਾਲ ਸੋਚਦੇ ਹਨ। ਪਰ ਮੇਰਾ ਨੰਬਰ 4, ਪਰ ਮੇਰਾ ਮਾਮਲਾ ਵੱਖਰਾ ਹੈ। ਮੇਰਾ ਤਾਂ ਨਸੀਬ ਹੀ ਖਰਾਬ ਹੈ। ਅੱਗੇ ਲਿਖਿਆ ਹੈ, ਹਾਲ ਦੀ ਘੜੀ ਮੈਂ ਰੋਡ ਐਕਸੀਡੈਂਟਾਂ ਬਾਰੇ ਇੱਕ ਟ੍ਰੈਫਿਕ ਇੰਜੀਨੀਅਰ ਦੀਆਂ ਗੱਲਾਂ ਸੁਣੀਆਂ। ਉਹਨਾਂ ਦਾ ਕਹਿਣਾ ਸੀ ਕਿ ਹਰ ਸਾਲ ਇਹਨਾਂ ਐਕਸੀਡੈਂਟਾਂ ਵਿੱਚ 40,000 ਲੋਕ ਮਰ ਜਾਂਦੇ ਹਨ। ਉਸ ਦੀ ਚਰਚਾ ਦਾ ਮੁੱਖ ਨੁਕਤਾ ਇਹ ਸੀ ਕਿ ਸ਼ਾਇਦ ਹੀ ਕਦੇ ਕੋਈ ਸੱਚਾ ਐਕਸੀਡੈਂਟ ਹੁੰਦਾ ਹੋਵੇ। ਅਸੀਂ ਜਿਸ ਨੂੰ ਐਕਸੀਡੈਂਟ ਮੰਨਦੇ ਹਾਂ, ਉਹ ਦਰਅਸਲ ਕਿਸੇ ਇਨਸਾਨੀ ਜਾਂ ਮਸ਼ੀਨੀ ਗੜਬੜੀ ਦਾ ਨਤੀਜਾ ਹੁੰਦਾ ਹੈ। ਇਹ ਟ੍ਰੈਫਿਕ ਮਾਹਰ ਜਿਹੜੀ ਗੱਲ ਕਹਿ ਰਿਹਾ ਸੀ, ਉਸ ਦਾ ਮੂਲ ਭਾਵ ਦਾਰਸ਼ਨਿਕ ਅਤੇ ਚਿੰਤਕ ਸਾਨੂੰ ਸਦੀਆਂ ਤੋਂ ਸਿਖਾਉਂਦੇ ਆ ਰਹੇ ਹਨ। ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਕੋਈ ਵੀ ਚੀਜ਼ ਬਿਨਾਂ ਕਾਰਨ ਨਹੀਂ ਹੁੰਦੀ।
ਅੱਜ ਬਾਹਰ ਜਿਹੜਾ ਮੌਸਮ ਹੈ ਉਹ ਵੀ ਐਕਸੀਡੈਂਟ ਕਾਰਨ ਨਹੀਂ ਹੈ। ਉਹ ਕਿਹੜੇ ਖਾਸ ਕਾਰਨਾਂ ਤੋਂ ਉਸ ਤਰ੍ਹਾਂ ਹੈ, ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਇਨਸਾਨ ਦੇ ਮਾਮਲੇ ਇਹ ਨਿਯਮ ਦਾ ਅਪਵਾਦ ਹੈ। ਪਰ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਗੁਜ਼ਰਦਾ ਹੋਵੇ ਜਦੋਂ ਅਸੀਂ ਕਿਸੇ